ਕਾਲਾ ਜਾਦੂ ਇੱਕ ਇੰਨਾ ਖਤਰਨਾਕ ਲਫ਼ਜ਼ ਹੈ ਕਿ ਬਈ ਇਹਨੂੰ ਸਾਰੇ ਜਾਣਦੇ ਨੇ। ਤੇ ਅਸੀਂ ਤੁਹਾਨੂੰ ਇੱਕ ਮਿਊ ਹਸਪਤਾਲ ਦੀ ਗੱਲ ਸੁਣਾਉਂਦੇ ਹਾਂ ਕਿ ਬਈ ਉੱਥੇ ਇੱਕ ਮਰੀਜ਼ ਆਇਆ ਤੇ ਇਹ ਇੰਨਾ ਖਤਰਨਾਕ ਮਰੀਜ਼ ਸੀ ਬਈ ਜਿਸ ਵਕਤ ਉਹਨੂੰ ਵਾਰਡ ਦੇ ਵਿੱਚ ਦਾਖਲ ਕੀਤਾ ਤੇ ਉਹਦੇ ਨੱਕ ਵਾਲੇ ਰਾਹ, ਅੱਖਾਂ ਵਾਲੇ ਰਾਹ, ਮੂੰਹ ਵਾਲੇ ਰਾਹ ਕੀੜੇ ਨਿਕਲਦੇ ਸੀ। ਤੇ ਸਭ ਤੋਂ ਪਹਿਲਾਂ ਤੇ ਉਹਨੂੰ ਜਨਾਬ ਮੇਰੀ ਪੇਚਿਸ ਐਨੇ ਖਤਰਨਾਕ ਲੱਗੇ ਸੀ ਕਿ ਜਿਹੜੇ ਦੁਨੀਆ ਦੀ ਹਰ ਮੈਡੀਸਨ ਉਹਨਾਂ ਨੇ ਡਾਕਟਰਾਂ ਨੇ ਯੂਜ਼ ਕਰ ਛੜੀ, ਲੇਕਿਨ ਉਹਦੇ ਪੇਚਿਸ ਜਿਹੜੇ ਨੇ ਉਹ ਨਹੀਂ ਸੀ ਠੀਕ ਹੁੰਦੇ। ਔਰ ਜਿਹੜਾ ਮੇਰੀ ਜਿਹੜੇ ਨਾ ਉਹ ਮੂੰਹ ਦੇ ਵਿੱਚੋਂ ਔਰ ਨੱਕ ਦੇ ਵਿੱਚੋਂ ਜਿਹੜੇ ਕੀੜੇ ਸਨ, ਉਹਦਾ ਕਿਸੇ ਕੋਲੇ ਕੋਈ ਹੱਲ ਨਹੀਂ ਸੀ ਹੋ ਸਕਿਆ। ਤੇ ਇਹਨੂੰ ਤਕਰੀਬਨ ਕਹਿ ਸਕਦੇ ਹੋ ਕਿ ਵੀ ਮਹੀਨਾ ਇੱਕ ਜਿਹੜਾ ਨਾ ਉਹ 20-25 ਦਿਨ ਨਰਸਾਂ ਨੇ ਆਪਣਾ ਪੂਰਾ ਜਨਾਬ ਮੇਰੀ ਡਾਕਟਰਾਂ ਦੀ ਟੀਮ ਨੇ ਪੂਰਾ ਜ਼ੋਰ ਮਾਰਿਆ। ਤੇ ਲੇਕਿਨ ਇਹ ਕਿਸੇ ਜਨਾਬ ਮੇਰੀ ਹਰ ਹਰ ਰਿਪੋਰਟ ਦੇ ਵਿੱਚ ਕਲੀਅਰ ਆਉਂਦਾ ਸੀ, ਲੇਕਿਨ ਬਿਮਾਰੀ ਐਡੀ ਖਤਰਨਾਕ ਸੀ ਬਈ ਕੋਈ ਬੰਦਾ ਉਹਨੂੰ ਹੱਥ ਨਹੀਂ ਸੀ ਪਾਉਂਦਾ। ਤੋ ਇੱਕ ਨਰਸ ਨੇ ਜਨਾਬ ਮੇਰੀ ਤਨਜ਼ਨ ਜਨਾਬ ਮੇਰੀ ਡਾਕਟਰ ਸਾਹਿਬ ਨੂੰ ਮਿਹਣਾ ਮਾਰਿਆ ਕਿ ਵੀ ਇਹ ਮੈਡੀਕਲ ਵਾਰਡ 'ਚ ਸੀ ਤੇ ਉਹਨਾਂ ਨੇ ਆਖਿਆ ਕਿ ਵੀ ਇਹਦੇ ਤੋਂ ਜਾਨ ਕਿਸ ਤਰ੍ਹਾਂ ਛੁੱਟੇਗੀ। ਤੇ ਉਹਨਾਂ ਨੇ ਇੱਕ ਜਨਾਬ ਮੇਰੀ ਡਾਕਟਰ ਸਾਹਿਬ ਦੇ ਪੈਗਾਮ ਭੇਜਿਆ ਕਿ ਬਈ ਇਹਨੂੰ ਸੂਰਾ ਰਹਿਮਾਨ ਸੁਣਾਓ ਹਮਲਾ। ਤੇ ਉੱਥੇ ਇੱਕ ਕ੍ਰਿਸਚਨ ਕੋਈ ਲੜਕੀ ਸੀ, ਸਟਾਫ ਸੀ, ਤੇ ਉਹਨੇ ਜਿਸ ਵਕਤ ਇਹ ਸੁਣਿਆ ਨਾ ਕਿ ਬੇਟਾ ਇਹ ਮਰੀਜ਼ ਉਹ ਫਲਾਣੀ ਵਾਰਡ 'ਚੋਂ ਆਇਆ ਤੇ ਇਹ ਬਈ ਜਨਾਬ ਮੇਰੀ ਸਟਾਫ ਜਿਹੜੀ ਉਹ ਇਹ ਵੀ ਸੁਣਿਆ ਨਾਲ ਦਿੰਦੀ ਹੈ। ਤੇ ਉਹਨੇ ਡਾਕਟਰ ਸਾਹਿਬ ਨੂੰ ਦੱਸਿਆ ਤੇ ਡਾਕਟਰ ਸਾਹਿਬ ਵੀ ਬੜੇ ਹੈਰਾਨ ਰਹਿ ਗਏ ਕਿ ਬਈ ਨਰਸ ਨੂੰ ਇੰਜ ਨਹੀਂ ਸੀ ਆਖਣਾ ਚਾਹੀਦਾ। ਤੇ ਬਹਰਹਾਲ ਚਲੋ ਠੀਕ ਹੈ, ਅਸਮਾਨਾਂ ਵਾਲੇ ਰੱਬ ਦੇ ਫੈਸਲੇ ਨੇ, ਦੇਖਦੇ ਹਾਂ ਕਿ ਬਈ ਕੀ ਬਣਦਾ। ਤੇ ਉਹ ਕਹਿੰਦੇ ਕਿ ਬਈ ਮੈਂ ਸਟਾਫ ਨੂੰ, ਚੂँकि ਮੇਰੀ ਵਾਰਡ ਦੇ ਵਿੱਚ ਮੁਸਲਸਲ ਜਿਹੜਾ ਨਾ ਉਹ 2 ਟਾਈਮ ਮੈਂ ਸੂਰਤ ਉਹ ਜਿਹੜੀ ਹੈ ਮਰੀਜ਼ਾਂ ਵਾਸਤੇ ਲਾਉਂਦਾ ਸੀ ਕਿ ਅੱਲਾ ਇਹਨਾਂ ਨੂੰ ਸ਼ਫਾ ਦੇ। ਤੇ ਉਹਨੇ ਉਹ ਜਿਹੜੀ ਸਟਾਫ ਕ੍ਰਿਸਚਨ ਸੀ ਉਹਨੂੰ ਜਨਾਬ ਮੇਰੀ ਜਿਸ ਵਕਤ ਉਹ ਸੂਰਾ ਲਾਉਂਦੀ ਸੀ ਨਾ, ਕਿਉਂਕਿ ਉਹਦੀ ਡਿਊਟੀ ਸੀ ਕਿ ਬਈ ਜਨਾਬ ਮੇਰੀ ਇੰਨੇ ਵਜੇ ਤੋਂ ਇੰਨੇ ਵਜੇ ਤੱਕ ਤੂੰ ਜਿਹੜਾ ਉਹ ਤਲਾਵਤ ਲਾਣੀ ਹੈ। ਤੇ ਤਲਾਵਤ ਕੁਰਾਨ ਪਾਕ ਦੇ ਦੌਰਾਨ ਉਹ ਬੰਦੇ ਨੂੰ ਸ਼ਦੀਦ ਤਕਲੀਫ ਹੁੰਦੀ ਸੀ। ਤੇ 2-3 ਦਿਨ ਤੋਂ ਬਾਅਦ ਡਾਕਟਰ ਸਾਹਿਬ ਨੂੰ ਉਹਨੇ ਦੱਸਿਆ ਕਿ ਬਈ ਡਾਕਟਰ ਸਾਹਿਬ ਜਿਸ ਵਕਤ ਮੈਂ ਪ੍ਰੇ ਲਾਣੀ ਹੈ ਨਾ ਤੁਹਾਡੀ, ਤੇ ਹਾਲਾਂਕਿ ਉਹ ਦੇਖ ਲਓ ਕਿ ਬਈ ਦੀਨ ਨਹੀਂ ਵੀ ਜਾਣਦੀ, ਲੇਕਿਨ ਇੰਨਾ ਉਹਨੂੰ ਇਲਮ ਸੀ ਕਿ ਜਿਸ ਵਕਤ ਉਹ ਜਨਾਬ ਮੇਰੀ ਸੂਰਤ ਲਾਉਂਦੀ ਸੀ ਤੇ ਉਹ ਮਰੀਜ਼ ਨੂੰ ਬਹੁਤ ਜ਼ਿਆਦਾ ਸ਼ਿੱਦਤ ਨਾਲ ਜਿਹੜਾ ਨਾ ਉਹ ਤਕਲੀਫ ਹੁੰਦੀ ਸੀ। ਤੇ ਡਾਕਟਰ ਸਾਹਿਬ ਨੇ ਕਿਹਾ ਕਿ ਵੀ ਇਹਦੇ ਨਾਲ ਕੋਈ ਮਰੀਜ਼ ਦੇ ਬੰਦਾ ਹੈ, ਤੇ ਉਹਨੇ ਕਿਹਾ ਇੱਕ ਬੀਬੀ ਹੈ ਔਰ ਉਹ ਟਾਈਮ ਟੂ ਟਾਈਮ ਆਉਂਦੀ ਹੈ ਤੇ ਫਿਰ ਚਲੀ ਜਾਂਦੀ। ਉਹਨੇ ਕਿਹਾ ਅੱਜ ਆਈ ਤੇ ਮੇਰੇ ਨਾਲ ਮੁਲਾਕਾਤ ਕਰਾਇਆ। ਉਹ ਜਿਸ ਵਕਤ ਆਈ ਇੱਕ ਬੀਬੀ ਤੇ ਉਹਨੂੰ ਡਾਕਟਰ ਸਾਹਿਬ ਨਾਲ ਮੁਲਾਕਾਤ ਕਰਾਈ ਤੇ ਉਹਨੂੰ ਪੁੱਛਿਆ ਕਿ ਵੀ ਇਹ ਤੇਰਾ ਕੀ ਲੱਗਦਾ। ਤੇ ਉਹ ਕਹਿੰਦੀ ਹੈ ਕਿ ਵੀ ਮੇਰਾ ਜਿਹੜਾ ਨਾ ਹਸਬੈਂਡ ਹੈ। ਤੇ ਉਹਨੇ ਕਿਹਾ ਤੇਰਾ ਹਸਬੈਂਡ ਤੇ ਚਲੋ ਮੰਨ ਲੈਂਦੇ ਹਾਂ, ਲੇਕਿਨ ਤੇਰੀ ਇਹਦੇ ਨਾਲ ਚੂँकि ਉਮਰ ਵੀ ਨਹੀਂ ਰਲਦੀ, ਉਹ ਵਜ੍ਹਾ ਕਤਾ ਵੀ ਨਹੀਂ ਰਲਦੀ, ਬਈ ਤੂੰ ਜਨਾਬ ਮੇਰੀ ਹੋਰ ਟਾਈਪ ਦੀ ਹੈ ਔਰ ਇਹਦੀ ਤਬਾਹੀ ਹੋਈ ਹੈ ਸ਼ਕਲ ਵਾਲੋਂ ਵੀ, ਔਰ ਵੈਸੇ ਵੀ ਦੇਖਣ 'ਚ ਹੀ ਪਤਾ ਲੱਗਦਾ ਕਿ ਬਈ ਇਹ ਤਕਰੀਬਨ 50 ਦੇ ਕਰੀਬ ਹੈ, ਉਹ ਤੂੰ 20-22 ਸਾਲ ਦੀ। ਚਲੋ ਡਾਕਟਰ ਸਾਹਿਬ ਤੁਸੀਂ ਇਸ ਬਹਿਸ 'ਚ ਨਾ ਪਵੋ, ਠੀਕ ਹੈ। ਡਾਕਟਰ ਸਾਹਿਬ ਨੇ ਕਿਹਾ ਠੀਕ ਹੈ, ਤੇ ਤੂੰ ਦੱਸ ਵੀ ਇਹ ਕਦੋਂ ਤੂੰ ਹੈ। ਤੇ ਉਹ ਕਹਿੰਦੀ ਹੈ ਕਿ ਬਈ ਇਹ ਅੱਗੇ ਵੀ ਇੱਕ ਵਾਰੀ ਇਹਨੂੰ ਹੋਇਆ ਸੀ, ਠੀਕ ਹੈ। ਚਲੋ ਠੀਕ ਹੈ, ਡਾਕਟਰਾਂ ਦੀ ਸਾਰੀ ਟੀਮ ਬੈਠੀ ਤੇ ਕਿਸੇ ਨਤੀਜੇ 'ਤੇ ਨਾ ਪਹੁੰਚੀ ਕਿ ਵੀ ਰਿਪੋਰਟਾਂ ਵਿੱਚ ਕੋਈ ਬਿਮਾਰੀ ਐਸੀ ਨਹੀਂ ਆਉਂਦੀ ਕਿ ਵੀ ਜਿਸ ਵਜ੍ਹਾ ਨਾਲ ਇਸ ਬੰਦੇ ਨੂੰ ਇਸ ਤਰ੍ਹਾਂ ਹੁੰਦਾ। ਤੇ ਜਿਸ ਵਕਤ 2 ਦਿਨ ਫਿਰ ਗੁਜ਼ਰੇ ਤੇ ਫਿਰ ਉਹ ਡਾਕਟਰ ਸਾਹਿਬ ਕਹਿੰਦੇ ਨੇ ਕਿ ਅਸੀਂ ਉਹਨੂੰ ਜਨਾਬ ਮੇਰੀ ਕਿਹਾ ਕਿ ਵੀ ਇਹਨੂੰ ਘਰ ਲੈ ਜਾਓ, ਤੇ ਲੇਕਿਨ ਉਹ ਬੀਬੀ ਕਹੇ ਕਿ ਵੀ ਇਹਨੂੰ ਘਰ ਕਿੱਥੇ ਲੈ ਜਾਈਏ, ਇਹਦਾ ਕੋਈ ਘਰ ਨਹੀਂ ਹੈ ਵੀ, ਕੋਈ ਇਹਦਾ ਜਨਾਬ ਮੇਰੀ ਡੇਰਾ ਡੰਬਾ ਨਹੀਂ ਹੈ ਵੀ, ਇਹ ਰਕਸ਼ਾ ਚਲਾਉਂਦਾ ਔਰ ਅਸੀਂ ਜਨਾਬ ਮੇਰੀ ਬੜੇ ਮਾੜੇ ਹਾਂ ਤੇ ਇਹ ਉਹ, ਤੇ ਬੜਾ ਰੋਂਦੀ ਚੀਖਦੀ ਸੀ। ਖੈਰ ਮੈਂ ਦੁਬਾਰਾ ਉਹਨੂੰ ਨਾ ਕਮਰੇ ਦੇ ਵਿੱਚ ਥਰੈਡ ਕਰਕੇ ਨਾ ਬਈ ਕਮਰਾ ਲਾਕ ਕਰਕੇ, ਤੇ ਮੈਂ ਕਿਹਾ ਵੀ ਸਹੀ ਗੱਲ ਦੱਸ ਕਿ ਬਈ ਇਹ ਤੇਰਾ ਲੱਗਦਾ ਕੀ ਹੈ ਔਰ ਇਹਨੂੰ ਬਿਮਾਰੀ ਕੀ ਹੈ। ਤੇ ਉਹਨੇ ਕਿਹਾ ਡਾਕਟਰ ਸਾਹਿਬ ਮੈਂ ਦੱਸਣੀ ਇਸ ਸ਼ਰਤ 'ਤੇ ਕਿ ਵੀ ਮੇਰਾ ਨਾਂ ਨਾ ਆਵੇ ਤੇ ਮੇਰਾ ਜ਼ਿਕਰ ਨਾ ਕਰਿਓ, ਇਹ ਮੇਰਾ ਕੁਝ ਵੀ ਨਹੀਂ ਲੱਗਦਾ, ਮੈਂ ਖੁਦ ਇਹਦੇ ਜਾਲ 'ਚ ਫਸੀ ਹਾਂ ਤੇ ਬੰਦਾ ਜਨਾਬ ਮੇਰੀ ਕਾਲਾ ਇਲਮ ਰੱਖਦਾ। ਔਰ ਅੱਜ ਤੋਂ ਸਾਲ ਪਹਿਲਾਂ ਇਹਨੇ ਜਨਾਬ ਮੇਰੀ ਇੱਕ ਵਾਰੀ ਤੋਬਾ ਵੀ ਕੀਤੀ ਸੀ, ਔਰ ਉਸ ਤੋਬਾ ਦੇ ਦੌਰਾਨ ਅੱਲਾਹ ਤਾਲਾ ਨੇ ਇਹਨੂੰ ਮਾफ़ ਵੀ ਕੀਤਾ ਸੀ, ਲੇਕਿਨ ਚੂँकि ਬਦਬਖਤ ਜਨਾਬ ਮੇਰੀ ਲਾਲਚੀ ਸੀ ਔਰ ਕਿਸੇ ਵਜ੍ਹਾ ਨਾਲ ਦੁਬਾਰਾ ਤੋਂ ਇਹਨੇ ਜਦੋਂ ਹੁਣ ਸ਼ੁਰੂ ਕੀਤਾ ਹੈ ਮਾफ़ੀ ਮੰਗ ਕੇ
ਤੇ ਹੁਣ ਇਹਦਾ ਛੁਟਕਾਰਾ ਨਹੀਂ ਹੁੰਦਾ ਪਿਆ, ਹੁਣ ਇਹਦੀ ਜਾਨ ਤੇ ਬਣੀ। ਤੇ ਡਾਕਟਰ ਸਾਹਿਬ ਨੇ ਪੁੱਛਿਆ ਵੀ ਕਿਸ ਤਰ੍ਹਾਂ ਇਹਨੇ ਅੱਗੇ ਮਾਫੀ ਮੰਗੀ ਸੀ ਇਹ ਸਾਲ ਪਹਿਲਾਂ, ਜਿਸ ਤਰ੍ਹਾਂ ਦੱਸਣੀ ਵੀ। ਉਹਨੇ ਕਿਹਾ ਡਾਕਟਰ ਸਾਹਿਬ ਇਹ ਪਹਿਲਾਂ ਵੀ ਇੱਕ ਵਾਰੀ ਐਸੇ ਤਰ੍ਹਾਂ ਬੜਾ ਸੀਰੀਅਸ ਹੋ ਗਿਆ ਸੀ, ਤੇ ਅਸੀਂ ਜਨਾਬ ਮੇਰੀ ਇਹਨੂੰ, ਮੈਂ ਚੂँकि ਇਹਦੇ ਜਾਲ 'ਚ 3-4 ਸਾਲ ਤੋਂ ਫਸੀ ਹਾਂ, ਤੇ ਮੇਰਾ ਹਸਬੈਂਡ ਕੋਈ ਹੋਰ ਹੈ। ਲੇਕਿਨ ਮੈਂ ਤੁਹਾਨੂੰ ਆਪਣੀ ਅਗਰ ਗੱਲ ਸੁਣਾਵਾਂ ਦੀ ਤਾਂ ਬੜੀ ਲੰਮੀ ਹੋ ਜਾਏਗੀ, ਕਿ ਵੀ ਮੇਰਾ ਹਸਬੈਂਡ ਮੇਰੇ ਨਾਲ ਜਨਾਬ ਮੇਰੀ ਸਾਡੀ ਨਹੀਂ ਸੀ ਬਣਦੀ ਹੈ, ਵੀ ਉਹ ਬਾਹਰ ਸੀ, ਤੋਂ ਮੇਰੀਆਂ ਕੋਈ ਹਰਕਤਾਂ ਇਸ ਤਰ੍ਹਾਂ ਦੀਆਂ ਸੀ, ਤੇ ਜਿਹਦੀ ਵਜ੍ਹਾ ਨਾਲ ਮੈਂ ਜਿਹੜਾ ਨਾ ਉਹ ਇਹਦੇ ਕੋਲੇ ਆਈ ਕਿ ਵੀ ਮੈਂ ਆਪਣੇ ਜਣੇ ਨੂੰ ਕਾਬੂ ਕਰ ਲਾਂ। ਠੀਕ ਹੈ ਨਾ, ਦੱਸੋ ਨਾ, ਉਹ ਕਾਬੂ ਦੇ ਚੱਕਰ 'ਚ ਮੈਂ ਉਹਨੂੰ ਤੇ ਕਾਬੂ ਕਰਨ ਤੋਂ ਰਹੀ, ਮੈਂ ਆਪ ਕਾਬੂ ਹੋ ਗਈ ਕਿ ਬਈ ਇਹਦੇ ਨਾਲ ਮੈਂ ਪੱਕੀ ਐਸੀ ਲੱਗੀ ਕਿ ਮੇਰਾ ਹੁਣ ਜਿਸ ਵਕਤ ਮੈਂ ਆਪਣੇ ਕੋਈ ਲਾਹੌਰ ਦੇ ਨਾਲ ਪਿੰਡ ਸੀ ਉਹਦਾ, ਤੇ ਦੱਸਦੀ ਹੈ ਵੀ ਮੈਂ ਉੱਥੇ ਜਦੋਂ ਜਾਂਦੀ ਹਾਂ ਤੇ ਮੈਨੂੰ ਬੜੀ ਸ਼ਿੱਦਤ ਨਾਲ ਤਕਲੀਫ ਹੁੰਦੀ। ਉਹ ਜਦੋਂ ਮੈਂ ਇਹਦੇ ਇਲਾਕੇ ਵਿੱਚ ਆ ਜਾਂਦੀ ਹਾਂ, ਇਹਦੇ ਮੁਹੱਲੇ ਵਿੱਚ ਆ ਜਾਂਦੀ ਹਾਂ, ਤੇ ਮੈਨੂੰ ਸਕੂਨ ਜਿਹਾ ਮਹਿਸੂਸ ਹੁੰਦਾ। ਤਾਂ ਕਿਉਂਕਿ ਮੈਂ ਖੁਦ ਵੀ ਫਸ ਚੁੱਕੀ ਹਾਂ, ਔਰ ਫਿਰ ਮੈਨੂੰ ਉਥੋਂ ਤਲਾਕ ਵੀ ਹੋ ਗਈ, ਔਰ ਫਿਰ ਮੈਂ ਵਾਪਸ ਗਈ, ਮੇਰੇ 2 ਬੱਚੇ ਵੀ ਨੇ, ਲੇਕਿਨ ਉਹਨਾਂ ਵੀ ਮੈਨੂੰ ਨਾ ਰੱਖਿਆ, ਔਰ ਇਹਦੇ ਨਾਲ ਵੀ ਮੈਂ ਬਗੈਰ ਨਿਕਾਹ ਤੋਂ ਹੀ ਇੰਨੇ ਸਾਲਾਂ ਤੋਂ ਰਹਿ ਰਹੀ। ਅੱਲਾ ਮਾਫ ਕਰੇ ਦੇਖੋ ਇਹਨਾਂ ਲੋਕਾਂ ਦਾ। ਤੇ ਉਹ ਡਾਕਟਰ ਸਾਹਿਬ ਨੇ ਪੁੱਛਿਆ ਵੀ ਹੁਣ ਇਹਦੇ ਜਨਾਬ ਮੇਰੀ ਇੰਨਾ ਸੀਰੀਅਸ ਜਦੋਂ ਹੋਇਆ, ਤੇ ਫਿਰ ਉਹਨੇ ਕਿਹਾ ਕਿ ਹੁਣ ਇਹ ਜਦੋਂ ਪਿਛਲੀ ਵਾਰੀ ਇਹ ਬਿਮਾਰ ਹੋਇਆ ਸੀ ਤੇ ਇਹਨੂੰ ਮੈਂ ਇਲਾਜ ਕਰਕੇ ਕਹਿ ਸਕਦੇ ਹੋ ਕਿ ਠੀਕ ਨਹੀਂ ਹੋ ਸਕਦਾ, ਤੇ ਮੈਂ ਟੁਰ ਗਈ ਸੀ। ਤੇ ਫਿਰ ਮੈਂ 3-4 ਦਿਨ ਬਾਅਦ ਆਈ ਹਾਂ ਤੇ ਇਹ ਬਿਲਕੁਲ ਸਹੀ ਬੈਠਾ ਸੀ, ਤੇ ਡਾਕਟਰਾਂ ਨੇ ਕਿਹਾ ਕਿ ਵੀ ਸਾਨੂੰ ਕੋਈ ਸਮਝ ਨਹੀਂ ਆ ਰਹੀ ਕਿ ਕਿਹੜੀ ਮੈਡੀਸਨ ਨੇ ਕੰਮ ਕੀਤਾ ਹੈ, ਕਿਉਂਕਿ ਅਸੀਂ ਤੇ ਬਹੁਤ ਜ਼ਿਆਦਾ ਮੈਡੀਸਨ ਇਹਦੇ ਤੇ ਯੂਜ਼ ਕਰ ਚੁੱਕੇ ਹਾਂ, ਤੇ ਲਿਹਾਜ਼ਾ ਇਹਨੂੰ ਜਿਹੜਾ ਨਾ ਇਹ ਖੁਦ ਬ ਖੁਦ ਠੀਕ ਹੋ ਗਿਆ। ਤੇ ਇਹਨੇ ਮੈਨੂੰ ਦੱਸਿਆ ਸੀ ਕਿ ਵੀ ਮੈਂ ਜਿਹੜਾ ਨਾ ਰਾਤ ਨੂੰ ਜਾਂ ਦਿਨ ਨੂੰ ਜਨਾਬ ਮੇਰੀ ਤਕਲੀਫ ਸ਼ਿੱਦਤ ਵਿੱਚ ਸੀ, ਤੇ ਮੈਂ ਮਾਫੀ ਮੰਗੀ ਸੀ ਅੱਲਾ ਕੋਲੋਂ ਵੀ ਅੱਲਾ ਅੱਗੂ ਜ਼ਿੰਦਗੀ 'ਚ ਨਹੀਂ ਕਰਨ ਲਿਆ ਤੇ ਇੱਕ ਵਾਰੀ ਮਾਫੀ ਦੇ ਦੇ। ਤੇ ਮੈਂ ਜਿਹੜਾ ਉਹ 24 ਘੰਟਿਆਂ ਬਾਅਦ 48 ਘੰਟਿਆਂ ਬਾਅਦ ਬਿਲਕੁਲ ਠੀਕ ਹੋਣਾ ਸ਼ੁਰੂ ਹੋ ਗਿਆ। ਤੇ ਲਿਹਾਜ਼ਾ ਹੁਣ ਮੈਂ ਬਿਲਕੁਲ ਠੀਕ ਆ, ਔਰ ਅੱਜ ਤੋਂ ਬਾਅਦ ਅਸੀਂ ਕੋਈ ਕੰਮ ਨਹੀਂ ਕਰਨਾ, ਤੇ ਤੂੰ ਵੀ ਵਾਪਸ ਟੁਰ ਜਾ। ਤੇ ਉਹ ਕਹਿੰਦੀ ਹੈ ਕਿ ਵੀ ਮੈਂ ਕੀ ਜਾਣਾ ਸੀ ਵੀ ਉਧਰ ਮੇਰਾ ਟਿਕਾਣਾ ਕੋਈ ਨਹੀਂ ਸੀ, ਕਿਉਂਕਿ ਉਧਰੋਂ ਮੈਂ ਫਾਰਗ ਹੋ ਚੁੱਕੀ ਸੀ। ਤੇ ਮੈਂ ਫਿਰ ਇਹਨੂੰ ਕਿਹਾ ਕਿ ਠੀਕ ਹੈ, ਅਸੀਂ ਘਰ ਟੁਰ ਗਏ। ਇਹ ਵੀ ਰਕਸ਼ਾ ਚਲਾਉਣ ਲੱਗ ਪਿਆ ਤੇ ਠੀਕ ਹੋ ਗਿਆ ਸੀ। ਇਹ ਹੁਣ ਇਹਨੇ ਦੁਬਾਰਾ ਤੋਂ, ਇਹਦੇ ਕੋਲ ਬੰਦੇ ਬਹੁਤ ਆਉਂਦੇ ਨੇ, ਹੁਣ ਤੁਸੀਂ ਅੰਦਾਜ਼ਾ ਲਾਓ। ਕਹਿੰਦੀ ਹੈ ਕਿ ਬਈ ਕੁੜੀਆਂ ਔਰ ਮੁੰਡੇ ਔਰ ਕਾਲਜ ਯੂਨੀਵਰਸਿਟੀਆਂ ਦੇ ਜਨਾਬ ਮੇਰੀ ਇਹਦੇ ਕੋਲੇ ਆਉਂਦੇ ਨੇ, ਤੇ ਇਹਦਾ ਬੜਾ ਤਰਲਾ ਕਰਦੇ ਸੀ, ਤੇ ਇਹ ਸਾਲ ਇਹਨੇ ਮਾਫੀ ਮੰਗੀ ਰੱਖੀ ਹੈ। ਲੇਕਿਨ ਦੁਬਾਰਾ ਤੋਂ ਜਿਸ ਵਕਤ ਕੋਈ ਜਨਾਬ ਮੇਰੀ ਬੰਦਾ ਆਇਆ ਇਹਦੇ ਕੋਲੇ, ਹੁਣ ਮੈਂ ਨਾਂ ਨਹੀਂ ਲੈਂਦਾ ਹਮੀ, ਕਿ ਬਈ ਕੋਈ ਲੜਕੀ ਹੈ, ਤੇ ਉਹ ਕਹਿੰਦੀ ਹੈ ਕਿ ਬਈ ਜਿੰਨੀ ਫੀਸ ਲੈਣੀ ਹੈ ਲੈ ਲੈ, ਲੇਕਿਨ ਮੇਰਾ ਕੰਮ ਹੋਣਾ ਚਾਹੀਦਾ। ਹੁਣ ਉਸ ਫੀਸ ਦੇ ਲਾਲਚ ਵਿੱਚ ਅੱਗੋਂ ਫਿਰ ਇਹਨਾਂ ਜ਼ਾਲਮਾਂ ਨੂੰ ਅਸਮਾਨਾਂ ਵਾਲਾ ਰੱਬ ਜਨਾਬ ਮੇਰੀ, ਇਹ ਦੋਵੇਂ ਜਹੰਮੀ ਹੁੰਦੇ ਨੇ, ਜਾਦੂ ਕਰਵਾਉਣ ਵਾਲਾ ਵੀ ਤੇ ਕਰਨ ਵਾਲਾ ਵੀ, ਦੋਵੇਂ ਕਿਸੇ ਪਾਸੇ ਇਹਨਾਂ ਦੀ ਮਾਫੀ ਨਹੀਂ। ਤੇ ਉਹ ਜਨਾਬ ਮੇਰੀ ਜਿਹੜਾ ਇਹਨਾਂ ਦੀ ਬੜੀ ਇਬਰਤਨਾਕ ਸਜ਼ਾ ਵੀ ਇਹਨਾਂ ਨੂੰ ਲੱਭਦੀ ਹੈ, ਲੇਕਿਨ ਫਿਰ ਵੀ ਇਹ ਬਾਜ਼ ਨਹੀਂ ਆਉਂਦੇ। ਇਹ ਸਮਝਦੇ ਨੇ ਕਿ ਸ਼ਾਇਦ ਇਸ ਤਰ੍ਹਾਂ ਕੀਤੇ ਸਾਡੀ ਜਾਨ ਛੁੱਟ ਜਾਏਗੀ। ਲਿਹਾਜ਼ਾ ਇਹਨੇ ਦੁਬਾਰਾ ਉਸ ਲੜਕੀ ਨਾਲ ਜਨਾਬ ਮੇਰੀ ਗਲਤਕਾਰੀ ਕੀਤੀ, ਔਰ ਅਗਰ ਲੜਕਾ ਹੁੰਦਾ ਸੀ ਤਾਂ ਉਹਦੇ ਨਾਲ ਵੀ ਕਰਦਾ ਸੀ। ਤੇ ਉਹਦੇ ਜਨਾਬ ਮੇਰੀ ਦੇਖੋ ਨਾ ਕੈਸੇ, ਮੈਨੂੰ ਤੇ ਗੱਲ ਕਰਦਿਆਂ ਸ਼ਰਮ ਆਉਂਦੀ ਪਈ ਕਿ ਉਹਦਾ ਜਨਾਬ ਮੇਰੀ ਉਹ ਜਿਹੜਾ ਮੇਰੀ ਗੰਦਾ ਪਾਣੀ ਲੈ ਕੇ ਤੇ ਉਹਦੇ ਨਾਲ ਇਹ ਤਵੀਤ ਲਿਖਦਾ ਸੀ, ਔਰ ਉਸ ਵਜ੍ਹਾ ਨਾਲ ਇਹਨੇ ਦੁਬਾਰਾ ਜਦੋਂ ਕੀਤਾ ਹੈ, ਰਿਸਕ ਲਈਏ ਕਿ ਬਈ ਮੈਂ ਜਨਾਬ ਮੇਰੀ ਪੈਸੇ ਆ ਜਾਣ ਦੇ, ਹੁਣ ਪਤਾ ਨਹੀਂ ਉਹਨੇ 50,000 ਦਿੱਤਾ ਹੈ, ਲੱਖ ਦਿੱਤਾ ਹੈ, 20,000 ਦਿੱਤਾ ਹੈ, ਉਸ ਹਿਸਾਬ ਨਾਲ ਇਹਨੇ ਜਦੋਂ ਦੁਬਾਰਾ ਰਿਸਕ ਲਈਏ ਤੇ ਫਿਰ ਇਹ ਪਕੜ 'ਚ ਆਇਆ, ਤੇ ਹੁਣ ਇਹਦੀ ਮਾਫੀ ਕੋਈ ਨਹੀਂ। ਤੇ ਡਾਕਟਰ ਸਾਹਿਬ ਨੇ ਕਿਹਾ ਕਿ ਇਹ ਤੇ ਯਾਨੀ ਇਹ ਬਿਮਾਰੀ ਵਾਲਾ ਨਹੀਂ ਕਿ ਵੀ ਇਹਨੂੰ ਮੈਂ ਦਵਾਈਆਂ ਨਾਲ ਸਹੀ ਕਰ ਲਵਾਂ, ਇਹ ਤੇ ਹੁਣ ਅੱਲਾ ਕੋਲੇ ਫੈਸਲੇ ਨੇ। ਲਿਹਾਜ਼ਾ ਉਹਦੀਆਂ ਰਿਪੋਰਟਾਂ ਜਨਾਬ ਮੇਰੀ ਚੈੱਕ ਕੀਤੀਆਂ ਕਿ ਬਈ ਰਿਪੋਰਟਾਂ 'ਚ ਕੋਈ ਨਹੀਂ। ਉਹਨੇ ਕਿਹਾ ਬੀਬੀ ਹੁਣ ਇਹਨੂੰ ਲੈ ਜਾ, ਤੂੰ ਕਹੇ ਇਹਨੂੰ ਖੜੀਏ ਕਿੱਥੇ, ਇਹਦਾ ਤੇ ਕੋਈ ਟਿਕਾਣਾ ਨਹੀਂ ਹੈ, ਇਹ ਤੇ ਐਸੇ ਤਰ੍ਹਾਂ ਰਹਿ ਰਿਹਾ। ਤੇ ਫਿਰ ਇਹ ਉਸ ਤੋਂ ਬਾਅਦ 3 ਦਿਨ ਬਾਅਦ ਇਹ ਮਰਿਆ। ਉਹ ਵੀ ਡਾਕਟਰ ਸਾਹਿਬ ਨੇ ਕਿਹਾ ਕਿ ਅੱਜ ਤੋਂ ਬਾਅਦ ਜਨਾਬ ਮੇਰੀ, ਔਰ ਉਹਦੇ ਮੈਂ ਦੇਖਿਆ ਕਿ ਬਈ ਮੇਰੇ ਕੋਲ ਹੁਣ ਉਹ ਵੀਡੀਓ ਮੈਂ ਤੁਹਾਨੂੰ ਨਹੀਂ ਸ਼ੇਅਰ ਕਰਦਾ ਪਿਆ, ਕਿ ਉਹ ਇੱਕ ਕੋਲ ਦੇ ਵਿੱਚ ਉਹਨਾਂ ਨੇ ਪਾਣੀ ਪਾਇਆ ਤੇ ਉਹਦੀਆਂ ਜਨਾਬ ਮੇਰੀ ਮੂੰਹ ਦੇ ਕੋਲੇ ਰੱਖੀ ਹੈ ਨਾ, ਤੇ ਉਹ ਵਿੱਚ ਕੀੜੇ ਟਪਕਦੇ ਨੇ। ਫਿਰ ਉਹਨਾਂ ਨੇ ਉਹ ਜਨਾਬ ਮੇਰੀ ਸੂਰਜ ਲਾਣੀ ਬੰਦ ਕਰ ਦਿੱਤੀ ਤਾਂ ਕਿ ਇਹਦੀ ਜਾਨ ਕਿਸੇ ਤਰ੍ਹਾਂ ਛੁੱਟ ਜਾਏ, ਕਿਉਂਕਿ ਜਿਸ ਵਕਤ ਉਹ ਸੂਰਜ ਲਾਉਂਦੇ ਸੀ ਤੇ ਬਹੁਤ ਜ਼ਿਆਦਾ ਉਹਨੂੰ ਤਕਲੀਫ ਹੁੰਦੀ ਸੀ ਔਰ ਉਹ ਤੜਪਦਾ ਸੀ। ਫਿਰ ਉਹਨਾਂ ਨੇ ਬੰਦ ਕੀਤੀ, ਤੇ ਫਿਰ ਉਹ 3 ਦਿਨ ਬਾਅਦ ਮਰਿਆ। ਤੇ ਫਿਰ ਉਹ ਔਰਤ ਹੀ ਉਹਦੀ ਡੈੱਡ ਬਾਡੀ ਕਿਧਰੇ ਲੈ ਗਈ, ਅੱਲਾਹੁ ਆਲਮ ਉਹ ਕਿੱਥੇ ਲੈ ਗਈ। ਤੁਸੀਂ ਅੰਦਾਜ਼ਾ ਲਾਓ ਕਿ ਵੀ ਇਹਨਾਂ ਲੋਕਾਂ ਦੀ ਕਿਸ ਤਰ੍ਹਾਂ ਦੀ ਜ਼ਿੰਦਗੀ ਹੁੰਦੀ ਹੈ। ਤੇ ਇਹਨਾਂ ਤੋਂ ਬਚੋ, ਇਹਨਾਂ ਜਨਾਬ ਮੇਰੀ ਜਾਦੂਗਰਾਂ ਤੋਂ, ਔਰ ਆਪਣੀ ਜਾਨ ਨੂੰ ਜਨਾਬ ਮੇਰੀ ਇਹ ਸਮਝ ਕੇ ਕਿ ਬਈ ਮੇਰੀ ਜਾਨ ਇਹਦੇ ਤੋਂ ਛੁੱਟ ਜਾਏਗੀ, ਕਿ ਬਈ ਮੈਂ ਜਨਾਬ ਮੇਰੀ
ਇਸ ਤਰ੍ਹਾਂ ਕਰਨ ਨਾਲ, ਫੀਸਾਂ ਦੇਣ ਨਾਲ, ਇੱਕ ਤੇ ਆਪਣੇ ਜਨਾਬ ਮੇਰੀ ਆਪਣੇ ਆਪ ਨੂੰ ਜ਼ਲੀਲੋ ਖੁਆਰ ਕੀਤਾ ਦੁਨੀਆ ਔਰ ਆਖਰਤ ਤੇ ਮੈਂ ਕੋਈ ਕਾਮਯਾਬ ਹੋ ਜਾਂਦੀ, ਇਹ ਕਾਮਯਾਬੀ ਨਹੀਂ। ਇਹ ਜ਼ਲਾਲਤ ਦਾ ਸਬਬ ਬਣੇ ਦੀ ਤੁਹਾਡੇ ਵਾਸਤੇ ਇਸ ਦੁਨੀਆ ਤੇ ਵੀ ਔਰ ਆਖਰਤ ਤੇ ਵੀ। ਤੇ ਲੋ ਇਨਸ਼ਾਅੱਲਾ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਫॉलो ਕਰਿਆ ਕਰੋ, ਔਰ ਜਨਾਬ ਮੇਰੀ ਦੁਆਵਾਂ ਦੀ ਯਾਦ ਰੱਖਣਾ। ਅੱਲਾ ਦੇ ਵਾਲੇ।